Good morning, students. In this lecture, we discuss price determination under short run or short run equilibrium in case of monopoly. Short run refers to that period in which time is so short that a monopolistic cannot change fixed factor like machineries, plant, etc. ਸ਼ਾਰਟ ਪੀਰੀਅਡ ਉਸਨੂੰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਜਿਹੜਾ ਇੱਕ ਮੋਨੋਪਲਿਸਟਿਕ ਆ ਆਪਣੇ ਫਿਕਸਡ ਫੈਕਟਰਸ ਲਾਈਕ ਮਸ਼ੀਨਰੀਜ਼ ਅਤੇ ਪਲਾਂਟਸ ਨੂੰ ਚੇਂਜ ਨਹੀਂ ਕਰ ਸਕਦਾ ਐਂਡ ਸਿਰਫ ਮੋਨੋਪਲਿਸਟਿਕ ਅਗਰ ਆਪਣੇ ਆਊਟਪੁੱਟ ਨੂੰ ਇਨਕਰੀਜ਼ ਕਰਨਾ ਚਾਹੁੰਦਾ ਆ ਤਾਂ ਸਿਰਫ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਕੇ ਆਪਣੇ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦਾ ਆ ਸਿਮਿਲਰਲੀ ਕਿ ਜਦੋਂ ਡਿਮਾਂਡ ਡਿਕਰੀਜ਼ ਹੁੰਦੀ ਆ ਦੈਨ ਜਿਹੜਾ ਮੋਨੋਪਲਿਸਟਿਕ ਹੁੰਦਾ ਉਹ ਆਪਣੇ ਆਊਟਪੁੱਟ ਨੂੰ ਰਿਡਿਊਸ ਕਿਵੇਂ ਕਰ ਸਕਦਾ ਆ ਵੇਰੀਏਬਲ ਫੈਕਟਰਸ ਨੂੰ ਰਿਡਿਊਸ ਕਰਕੇ ਐਂਡ ਜਿਹੜੇ ਫਿਕਸਡ ਫੈਕਟਰ ਦਾ ਇੰਟੈਂਸਿਵ ਯੂਜ਼ ਹੁੰਦਾ ਹੈ ਉਸਨੂੰ ਸਲੋ ਡਾਊਨ ਕਰਕੇ and a monopolistic will be in equilibrium when he produce that amount of output at which marginal cost is equal to marginal revenue and marginal cost curve cuts marginal revenue from below ਕਿ ਇੱਕ ਮੋਨੋਪਲਿਸਟਿਕ ਉਸ ਸਿਚੁਏਸ਼ਨਸ ਦੇ ਵਿੱਚ ਜਾਂ ਉਸ ਕੰਡੀਸ਼ਨਸ ਦੇ ਵਿੱਚ ਇਕੁਲਿਬਰੀਅਮ ਵਿੱਚ ਹੁੰਦਾ ਆ ਜਦੋਂ ਉਸ ਅਮਾਊਂਟ ਆਫ ਆਊਟਪੁੱਟ ਨੂੰ ਪ੍ਰੋਡਿਊਸ ਕਰਦਾ ਆ ਜਿਸ 'ਤੇ ਮਾਰਜਨਲ ਰੈਵਨਿਊ ਮਾਰਜਨਲ ਕੋਸਟ 'ਤੇ ਇਕੁਅਲ ਹੁੰਦੀ ਆ ਐਂਡ ਮਾਰਜਨਲ ਕੋਸਟ ਕਰਵ ਮਾਰਜਨਲ ਰੈਵਨਿਊ ਕਰਵ ਨੂੰ ਫਰੋਮ ਬਿਲੋ ਤੋਂ ਉੱਪਰ ਨੂੰ ਜਾਂਦੀ ਹੋਈ ਕੱਟ ਕਰਦੀ ਆ A monopolistic in equilibrium may face any of three situations in short period. Short period ਦੇ ਵਿੱਚ ਇੱਕ monopolistic three situations ਨੂੰ ਕੋਈ ਵੀ three situation ਨੂੰ face ਕਰ ਸਕਦਾ ਲਾਈਕ ਉਸਨੂੰ ਸੁਪਰ ਨਾਰਮਲ ਪ੍ਰੋਫਿਟਸ ਵੀ ਹੋ ਸਕਦੇ ਆ ਨਾਰਮਲ ਪ੍ਰੋਫਿਟਸ ਵੀ ਹੋ ਸਕਦੇ ਆ ਐਂਡ ਮਿਨੀਮਮ ਲਾਸ ਵੀ ਹੋ ਸਕਦਾ ਹੈ ਫਸਟ ਵੀ ਡਿਸਕਸ ਸੁਪਰ ਨਾਰਮਲ ਪ੍ਰੋਫਿਟ if the price that ਜਿਸਨੂੰ ਅਸੀਂ ਐਵਰੇਜ ਰੈਵਨਿਊ ਵੀ ਕਹਿੰਦੇ ਆ ਫਿਕਸਡ ਬਾਈ ਦੀ monopolist is in equilibrium is more than his average cost then he will get super normal profit that means ਕਿ equilibrium conditions ਦੇ ਵਿੱਚ ਜਦੋਂ ਜਿਹੜੀ ਇੱਕ monopolistic ਨੇ ਜਿਹੜੀ ਪ੍ਰਾਈਸ ਫਿਕਸਡ ਕੀਤੀ ਆ ਦੈਟ ਇਜ਼ ਐਵਰੇਜ ਰੈਵਨਿਊ ਅਗਰ ਐਵਰੇਜ ਕੋਸਟ ਤੋਂ ਜ਼ਿਆਦਾ ਆ ਦੈਨ ਇੱਕ monopolistic ਨੂੰ ਕੀ ਮਿਲਦਾ ਹੈ ਉਸਨੂੰ ਸੁਪਰ ਨਾਰਮਲ ਪ੍ਰੋਫਿਟ ਮਿਲਦੇ ਆ ਐਂਡ ਇੱਕ ਮੋਨੋਪਲਿਸਟਿਕ ਕਿਸ ਐਕਸਟੈਂਟ ਤੱਕ ਪ੍ਰੋਡਕਸ਼ਨ ਕਰਦਾ ਉਹ ਕਿਸ 'ਤੇ ਡਿਪੈਂਡ ਕਰਦਾ ਮਾਰਜਨਲ ਕੋਸਟ ਐਂਡ ਮਾਰਜਨਲ ਰੈਵਨਿਊ 'ਤੇ ਇੱਕ ਪ੍ਰੋਡਿਊਸਰ ਨੂੰ ਉਸ ਤੋਂ ਤੱਕ ਪ੍ਰੋਡਕਸ਼ਨ ਕਰਨਾ ਚਾਹੀਦਾ ਆਪਣੇ ਆਊਟਪੁੱਟ ਦਾ ਜਿਸ ਜਗ੍ਹਾ 'ਤੇ ਮਾਰਜਨਲ ਕੋਸਟ ਐਂਡ ਮਾਰਜਨਲ ਰੈਵਨਿਊ ਇਕੁਅਲ ਹੁੰਦੇ ਆ ਦੈਟ ਮੀਨਸ ਮਾਰਜਨਲ ਕੋਸਟ ਅਤੇ ਮਾਰਜਨਲ ਰੈਵਨਿਊ ਪ੍ਰੋਡਕਸ਼ਨ ਨੂੰ ਡਿਸਾਈਡ ਕਰਦੀ ਕਿ ਕਿਸ ਐਕਸਟੈਂਟ ਤੱਕ ਕਰਨਾ ਐਵਰੇਜ ਰੈਵਨਿਊ ਐਂਡ ਐਵਰੇਜ ਕੋਸਟ ਕੀ ਦੱਸਦੇ ਆ ਕਿ ਉਸਨੂੰ ਪ੍ਰੋਫਿਟ ਹੋ ਰਿਹਾ ਲੋਸ ਹੋ ਰਿਹਾ ਜਾਂ ਨਾਰਮਲ ਪ੍ਰੋਫਿਟ ਹੋ ਰਿਹਾ ਜਦੋਂ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੇ ਇਕੁਅਲ ਹੁੰਦੀ ਆ ਉਹ ਕੀ ਇੰਡੀਕੇਟ ਕਰਦਾ ਕਿ ਇਹ ਇਕੁਲਿਬਰੀਅਮ ਆਊਟਪੁੱਟ ਆ ਅਗਰ ਪ੍ਰਾਈਸ ਆਫ ਦੀ ਇਫ ਦਾ ਪ੍ਰਾਈਸ ਆਫ ਇਕੁਲਿਬਰੀਅਮ ਆਊਟਪੁੱਟ ਕਿ ਜਿਹੜਾ ਇਕੁਲਿਬਰੀਅਮ ਆਊਟਪੁੱਟ ਦੀ ਜਿਹੜੀ ਪ੍ਰਾਈਸ ਆ ਦੈਟ ਇਜ਼ ਐਵਰੇਜ ਰੈਵਨਿਊ ਅਗਰ ਉਹ ਮੋਰ ਦੈਨ ਐਵਰੇਜ ਕੋਸਟ ਆ ਦੈਨ ਉਹ ਕੀ ਹੋਏਗਾ ਕਿ ਮੋਨੋਪਲਿਸਟਿਕ ਨੂੰ ਸੁਪਰ ਨਾਰਮਲ ਪ੍ਰੋਫਿਟ ਮਿਲਣਗੇ in figure 4 ਦੇ ਵਿੱਚ ਜਿਹੜਾ ਇੱਕ ਮੋਨੋਪਲਿਸਟਿਕ ਆ ਉਹ ਈ ਪੁਆਇੰਟਸ ਦੇ ਉੱਪਰ ਇਕੁਲਿਬਰੀਅਮ ਵਿੱਚ ਆ ਬਿਕੋਜ਼ ਐਟ ਦਿਸ ਪੁਆਇੰਟ ਜਿਹੜੀ ਮਾਰਜਨਲ ਕੋਸਟ ਆ ਉਹ ਮਾਰਜਨਲ ਰੈਵਨਿਊ ਦੇ ਇਕੁਅਲ ਆ ਈ ਪੁਆਇੰਟ ਦੇ ਉੱਪਰ ਮਾਰਜਨਲ ਕੋਸਟ ਦੇਖੋ ਜਿਹੜੀ ਕਰਵ ਜਾ ਰਹੀ ਉੱਪਰ ਨੂੰ ਇਹ ਮਾਰਜਨਲ ਰੈਵਨਿਊ ਕਰਵ ਇਸ ਜਗ੍ਹਾ 'ਤੇ ਇੱਕ ਦੂਸਰੇ ਨੂੰ ਕੱਟ ਕਰ ਰਿਹਾ ਦੈਟ ਮੀਨਸ ਇਸ ਜਗ੍ਹਾ 'ਤੇ ਈ ਪੁਆਇੰਟ 'ਤੇ ਇਕੁਅਲ ਆ ਐਂਡ ਜਿਹੜਾ ਮਾਰਜਨਲ ਕੋਸਟ ਕਰਵ ਨੀਚੇ ਤੋਂ ਉੱਪਰ ਨੂੰ ਜਾਂਦੀ ਹੋਈ ਘੱਟ ਕਰ ਰਹੀ ਆ ਇਸ ਲਈ ਜਿਹੜੀ ਮੋਨੋਪਲਿਸਟਿਕ ਪ੍ਰੋਡਿਊਸ ਕੀ ਕਰੇਗਾ OM ਯੂਨਿਟਸ ਆਫ ਆਊਟਪੁੱਟ ਐਂਡ ਕਿਸ ਪ੍ਰਾਈਸ 'ਤੇ ਸੇਲ ਕਰੇਗਾ ਉਸਨੂੰ AM ਪ੍ਰਾਈਸ ਦੈਟ ਇਜ਼ OP ਪ੍ਰਾਈਸ ਦੇ ਉੱਪਰ OM ਯੂਨਿਟਸ ਨੂੰ OP ਪ੍ਰਾਈਸ ਦੇ ਉੱਪਰ ਸੇਲ ਕਰਦਾ ਹੈ ਉਸਨੂੰ OP ਪ੍ਰਾਈਸ 'ਤੇ ਸੇਲ ਕਰਦਾ ਬਟ OM ਜਿਹੜਾ ਆਊਟਪੁੱਟ ਆ ਉਸਦੀ ਜਿਹੜੀ ਕੋਸਟ ਆ ਉਹ ਕੀ ਲੱਗ ਰਹੀ ਆ OC ਜੋ ਕਿ ਇਸ ਕਰਕੇ ਜਿਹੜੀ ਐਵਰੇਜ ਰੈਵਨਿਊ ਆ ਦੈਟ ਇਜ਼ OP ਇਜ਼ ਗ੍ਰੇਟਰ ਦੈਨ OC ਕੋਸਟ ਨਾਲੋਂ ਜ਼ਿਆਦਾ ਹੈ ਇਸ ਕਰਕੇ ਇੱਕ ਜਿਹੜੇ ਮੋਨੋਪਲਿਸਟਿਕ ਨੂੰ ਸੁਪਰ ਨਾਰਮਲ ਪ੍ਰੋਫਿਟ ਹੁੰਦੇ ਜੋ ਕਿ ABCP ਏਰੀਆ ਦੁਆਰਾ ਸ਼ੋ ਕੀਤਾ ਗਿਆ ਹੈ ਪਹਿਲਾਂ ਅਸੀਂ ਮਾਰਜਨਲ ਰੈਵਨਿਊ ਕਰਵ ਬਣਾਵਾਂਗੇ ਫਿਰ ਐਵਰੇਜ ਰੈਵਨਿਊ ਕਰਵ
ठीक है। सब तो पहला असीं मार्जिनल कॉस्ट करव बनावांगे असीं कि एक आउटपुट कितना करदा एक फर्म जिस जगह ते मार्जिनल कॉस्ट मार्जिनल रेवन्यू दे इक्वल हुंदी आ एंड मार्जिनल कॉस्ट करव नीचे तो उपर नूं जांदी होई कट करदी उस जगह ते की फिक्स हो जांदा दैट इज़ इक्विलिब्रियम क्वांटिटी फिक्स हो जाती है। ठीक है, दैट इज़ OM इक्विलिब्रियम क्वांटिटी फिक्स होगी क्योंकि इस जगह ते मार्जिनल रेवन्यू इस जगह ते जी मार्जिनल रेवन्यू एंड मार्जिनल कॉस्ट इक्वल है एंड मार्जिनल कॉस्ट नीचे तो उपर जाती हुई कट कर रही है। आउटपुट फिक्सड हो गया। हुण इस आउटपुट की कॉस्ट कितनी लग रही है एंड रेवन्यू कितना मिल रहा है। OM आउटपुट नूं सेल करके जी रेवन्यू मिल रही है दैट मीनस एवरेज रेवन्यू ने कित्थे टच कर रहा सेम आउटपुट उपर नीचे लैके जावांगे इसनूं उपर लैके जावांगे दैट मीनस OP प्राइस मिल रही है एवरेज रेवन्यू। ठीक है, इसकी कॉस्ट अगर सुपर नॉर्मल प्रॉफिट शो करने तो असीं कॉस्ट कर्व नूं नीचे दी लैके जावांगे इस जगह ते एक ही है एवरेज कॉस्ट कर्व। हुण ये आउटपुट सेम OM आउटपुट उसनूं सेल करके रेवन्यू मिल रही सी OP कॉस्ट नूं कित्थे कट टच कर रहा इस जगह ते। ठीक है, कॉस्ट कर्व नूं इसलिए इस जगह ते फिक्स की होगी कॉस्ट वो की हो गया C OC की होगी कॉस्ट। OM आउटपुट नूं सेल करके जी रेवन्यू मिल रही है OP एंड उसकी कॉस्ट लग रही है OC दैट मीनस कि जी एवरेज रेवन्यू आ वो की आ मोर देन आ एवरेज कॉस्ट। इस करके एक जोड़े मोनोपोलिस्टिक नूं सुपर नॉर्मल प्रॉफिट्स अर्न होंदे आ। नैक्सट नॉर्मल प्रॉफिट। Next is normal profit. Second point, if in the short run equilibrium marginal cost is equal to marginal revenue and the monopolistic price that is average revenue is equal to its average cost that is average revenue is equal to average cost, then he will earn only normal profit। अगर शॉर्ट रन ਦੇ ਵਿੱਚ ਜਿਹੜੀ एवरेज रेवन्यू अगर एवरेज कॉस्ट ਦੇ इक्वल होएगी दैन एक ਜਿਹੜੇ मोनोपोलिस्टिक ਨੂੰ सिर्फ नॉर्मल प्रॉफिट ही मिलते हैं। Equilibrium of the monopoly firm in the short run is shown in figure 5. In this figure the firm is in equilibrium at point E where marginal cost is equal to marginal revenue। E पॉइंट ਦੇ एक फर्म ਜਿਹੜਾ एक मोनोपोलिस्टिक है इक्विलिब्रियम ਵਿੱਚ ਆ क्योंकि E पॉइंट ਦੇ ਉੱਪਰ ਜਿਹੜੀ मार्जिनल कॉस्ट मार्जिनल रेवन्यू ਦੇ इक्वल आ एंड OM की उस जगह ते की हो गया OM यूनिट्स ऑफ इक्विलिब्रियम आउटपुट। एट दिस आउटपुट जी एवरेज कॉस्ट करव आ वो एवरेज रेवन्यू जोड़ा OM आउटपुट है उसनू सेल करके जी रेवन्यू मिलती है OP आ एंड कॉस्ट भी की लग रही है सेम लग रही है जो कि एवरेज रेवन्यू कर्व नू टच कर रही है एवरेज कॉस्ट करव एट पॉइंट A के उपर। दैट मीनस कि OM आउटपुट नू प्रोड्यूस करन दे जिन्नी कॉस्ट लग रही है उन्नी उसनू सेल करके मिल रही है वापस। दैट मीनस कि रेवन्यू कॉस्ट के इक्वल आ इस करके एक फर्म्स नू सिर्फ नॉर्मल प्रॉफिट मिलता। एवरेज रेवन्यू कर्व नीचे मार्जिनल रेवन्यू कर्व फिर बनावांगे असीं मार्जिनल कॉस्ट कर्व जिस जगह ते मार्जिनल कॉस्ट मार्जिनल रेवन्यू टच कर दी है या कट कर दी उत्थे की फिक्स हुंदा है इक्विलिब्रियम आउटपुट। इक्विलिब्रियम आउटपुट नू सेल करके रेवन्यू जी प्राइस फिक्स हुंदी क्योंकि एवरेज रेवन्यू कर्व नू प्राइस कर्व भी कहते हैं उस जगह ते की फिक्स होगी प्राइस एवरेज रेवन्यू। अगर सिर्फ नॉर्मल प्रॉफिट मिल रहा दैट मीनस असी जी कॉस्ट करव आ सिर्फ रेवन्यू करव के नाल इस जगह ते टच होकर निकलेगी ये की है एवरेज कॉस्ट करव। दैट मीनस कि OM आउटपुट नू प्रोडक्शन करन ते जी कॉस्ट लग रही है वो की लग रही है OP एंड उसनू सेल करके जी रेवन्यू मिल रही है वो भी की मिल रही है OP। इस करके फर्म नू जिहड़ा सिर्फ नॉर्मल प्रॉफिट होंदा बिकॉज एवरेज रेवन्यू एंड एवरेज कॉस्ट इक्वल आ। नैक्सट मिनीमम लॉस। शॉर्ट रन दे विच एक मोनोपोलिस्टिक नू मिनीमम लॉस भी हो सकता है अगर शॉर्ट रन दे विच प्राइस डिप्रेशन के कारण
ਡਿਮਾਂਡ ਘੱਟ ਜਾਂਦੀ ਆ, ਜਿਸ ਦੇ ਕਾਰਨ ਪ੍ਰਾਈਸਿਸ ਵੀ ਘੱਟ ਜਾਂਦੀਆਂ। ਐਂਡ ਜਿਹੜੇ ਇੱਕ ਮੋਨੋਪਲਿਸਟਿਕ ਆ ਉਦੋਂ ਤੱਕ ਆਪਣੇ ਪ੍ਰੋਡਕਸ਼ਨ ਨੂੰ ਕੰਟੀਨਿਊ ਰੱਖਦਾ ਆ ਜਦੋਂ ਤੱਕ ਜਿਹੜੀ ਪ੍ਰਾਈਸ ਆ ਉਹ ਐਵਰੇਜ ਵੇਰੀਏਬਲ ਕੋਸਟ ਦੀ ਇਕੁਅਲ ਮਿਲਦੀ ਰਹਿੰਦੀ ਆ। ਇਨ ਦਿਸ ਕੇਸ ਜਿਹੜੇ ਮੋਨੋਪਲਿਸਟਿਕ ਨੂੰ ਜਿਹੜਾ ਲੋਸ ਹੁੰਦਾ ਆ ਉਹ ਕੀ ਹੁੰਦਾ, ਫਿਕਸਡ ਕੋਸਟ ਦੇ ਇਕੁਅਲ ਹੀ ਹੁੰਦਾ ਆ। ਉਸ ਫਿਕਸਡ ਕੋਸਟ ਨੂੰ ਅਸੀਂ ਮਿਨੀਮਮ ਲੋਸ ਕਿਹਾ ਜਾਂਦਾ ਹੈ। Accordingly, a monopolistic in equilibrium in the short period may bear minimum loss equivalent to fixed cost. In this situation, equilibrium price, that is average revenue, is equal to average variable cost and the monopolistic bear the loss of fixed cost. क्योंकि minimum loss ਦੇ ਵਿੱਚ ਜਿਹੜੀ average revenue ਜਿਹੜੀ ਮਿਲਦੀ ਆ ਆਪਣੇ ਗੁੱਡਸ ਨੂੰ ਸੇਲ ਕਰਕੇ ਉਹ ਸਿਰਫ average variable cost ਦੇ ਇਕੁਅਲ ਮਿਲਦੀ ਆ, ਜਿਹੜੀ average fixed cost ਦੇ ਇਕੁਅਲ ਨਹੀਂ ਮਿਲਦੀ। ਇਸ ਕਰਕੇ ਇੱਕ ਫਰਮਸ ਨੂੰ ਜਿਹੜਾ ਫਿਕਸਡ ਕੋਸਟ ਦਾ ਲੋਸ ਸਹਿਣਾ ਪੈਂਦਾ ਹੈ ਉਸ ਨੂੰ ਮਿਨੀਮਮ ਲੋਸ ਕਿਹਾ ਜਾਂਦਾ ਹੈ। ਫਿਗਰ 6 ਦੇ ਵਿੱਚ ਇਕੁਲਿਬਰੀਅਮ ਸਿਚੁਏਸ਼ਨ ਐਕਸਪ੍ਰੈਸਡ ਕੀਤਾ ਗਿਆ। ਅਕੋਰਡਿੰਗ ਟੂ ਦਿਸ ਫਿਗਰ ਜਿਹੜੇ ਈ ਪੁਆਇੰਟ ਦੇ ਉੱਪਰ ਜਿਹੜਾ ਮੋਨੋਪਲਿਸਟਿਕ ਆ ਉਹ ਇਕੁਲਿਬਰੀਅਮ ਕੰਡੀਸ਼ਨ ਦੇ ਵਿੱਚ ਆ, ਜਿੱਥੇ ਕਿ ਮਾਰਜਨਲ ਰੈਵਨਿਊ ਮਾਰਜਨਲ ਕੋਸਟ ਦੇ ਇਕੁਅਲ ਆ। The price of equilibrium output OM is fixed at OP1। ਜਿਹੜੀ equilibrium output fixed ਕੀਤੀ ਗਈ ਹੈ that is OM, ਉਸ ਦੀ ਜਿਹੜੀ ਪ੍ਰਾਈਸ ਕੀ ਫਿਕਸ ਹੋਈ ਆ ਐਵਰੇਜ ਰੈਵਨਿਊ ਕਰਵ ਦੇ ਅਕੋਰਡਿੰਗ ਅਸੀਂ ਪ੍ਰਾਈਸ ਫਿਕਸ ਕਰਦੇ ਹਾਂ, ਉਹ ਕੀ ਫਿਕਸ ਹੋਈ that is OP1। ਐਟ ਦਿਸ ਪ੍ਰਾਈਸ ਜਿਹੜੀ ਕੋਸਟ ਕਿੰਨੀ ਮਿਲਦੀ ਆ ਉਹ ਸਿਰਫ ਐਵਰੇਜ ਵੇਰੀਏਬਲ ਕੋਸਟ ABC ਕੀ ਹੈ ਐਵਰੇਜ ਵੇਰੀਏਬਲ ਕੋਸਟ ਐਵਰੇਜ ਵੇਰੀਏਬਲ ਕੋਸਟ ਦੇ ਇਕੁਅਲ ਮਿਲਦੀ ਆ। ਐਟ ਦਿਸ ਪੁਆਇੰਟ ਐਵਰੇਜ ਵੇਰੀਏਬਲ ਕੋਸਟ ਕਰਵ ਜਿਹੜੀ ਟੱਚ ਕਰਦੀ ਹੈ ਐਵਰੇਜ ਰੈਵਨਿਊ ਕਰਵ ਨੂੰ ਐਟ ਪੁਆਇੰਟ B। ਇਟ ਮੀਨਸ ਦੈਟ ਕਿ ਫਰਮ ਨੂੰ ਸਿਰਫ ਵੇਰੀਏਬਲ ਕੋਸਟ ਹੀ ਮਿਲ ਰਹੀ ਆ। ਦ ਫਰਮ ਵਿਲ ਬੀਅਰ ਲੋਸ ਆਫ ਫਿਕਸਡ ਕੋਸਟ, ਕਿ ਫਰਮ ਨੂੰ ਫਿਕਸਡ ਕੋਸਟ ਦਾ ਲੋਸ ਸਹਿਣਾ ਪੈਂਦਾ ਆ। ਫਿਕਸਡ ਕੋਸਟ ਦੈਟ ਇਜ਼ AB P ਔਰ P1। ਅਗਰ ਪ੍ਰਾਈਸ ਘੱਟ ਕੇ OP1 ਤੋਂ ਵੀ ਘੱਟ ਜਾਏਗੀ ਦੈਨ ਇੱਕ ਜਿਹੜੀ ਫਰਮ ਆ ਉਹ ਆਪਣੇ ਪ੍ਰੋਡਕਸ਼ਨ ਨੂੰ ਬੰਦ ਕਰ ਦੇਗੀ। ਐਵਰੇਜ ਰੈਵਨਿਊ ਕਰਵ ਮਾਰਜਨਲ ਰੈਵਨਿਊ ਕਰਵ, ਪਹਿਲਾਂ ਅਸੀਂ ਪ੍ਰੋਡਕਸ਼ਨ ਫਿਕਸ ਕਰਾਂਗੇ ਉਹ ਕਿਸ ਅਕੋਰਡਿੰਗ ਮਾਰਜਨਲ ਕੋਸਟ ਐਂਡ ਮਾਰਜਨਲ ਰੈਵਨਿਊ ਜਿਸ ਜਗ੍ਹਾ 'ਤੇ ਇਕੁਅਲ ਆ ਉਸ ਜਗ੍ਹਾ 'ਤੇ ਕੀ ਫਿਕਸ ਹੋ ਗਿਆ ਦੈਟ ਇਜ਼ ਪ੍ਰੋਡਕਸ਼ਨ OM, ਕਿ ਇੰਨਾ ਇਕੁਲਿਬਰੀਅਮ ਆਊਟਪੁੱਟ ਨੂੰ ਸੇਲ ਕਰਕੇ ਜਿਹੜੀ ਪ੍ਰਾਈਸ ਮਿਲ ਰਹੀ ਹੈ ਰੈਵਨਿਊ ਉਹ ਐਵਰੇਜ ਰੈਵਨਿਊ ਅਕੋਰਡਿੰਗ 'ਤੇ ਦੱਸਦੇ ਕਿ ਆਊਟਪੁੱਟ ਰੈਵਨਿਊ ਕਰਨ ਨੂੰ ਕਿੱਥੇ ਟੱਚ ਕਰ ਰਹੀ ਇਸ ਜਗ੍ਹਾ 'ਤੇ ਦੈਟ ਮੀਨਸ ਉਸ ਜਗ੍ਹਾ 'ਤੇ ਕੀ ਫਿਕਸ ਹੋ ਗਿਆ ਪ੍ਰਾਈਸ ਕੀ ਫਿਕਸ ਹੋ ਗਿਆ OP1। ਮਿਨੀਮਮ ਲੋਸ ਕਦੋਂ ਹੋਏਗਾ ਜਦੋਂ ਸਿਰਫ ਫਰਮ ਨੂੰ ਐਵਰੇਜ ਵੇਰੀਏਬਲ ਕੋਸਟ ਮਿਲ ਰਹੀ ਹੈ ਦੈਟ ਮੀਨਸ ਕਿ ਫਰਮਸ ਨੂੰ ਇਸ ਜਗ੍ਹਾ 'ਤੇ ਜਿਹੜੀ ਐਵਰੇਜ ਵੇਰੀਏਬਲ ਕੋਸਟ ਇਸ ਜਗ੍ਹਾ 'ਤੇ ਟੱਚ ਕਰਕੇ ਜਾ ਰਹੀ ਹੈ ਐਵਰੇਜ ਰੈਵਨਿਊ ਨੂੰ ਦੈਟ ਮੀਨਸ ਕਿ OM ਆਊਟਪੁੱਟ ਨੂੰ ਸੇਲ ਕਰਕੇ ਜਿਹੜੀ ਫਰਮ ਨੂੰ ਐਵਰੇਜ ਵੇਰੀਏਬਲ ਕੋਸਟ ਦੇ ਇਕੁਅਲ ਹੀ ਰੈਵਨਿਊ ਮਿਲ ਰਹੀ ਆ। ਬਟ ਜਿਹੜਾ ਉਹਨੂੰ ਲੋਸ ਹੋ ਰਿਹਾ ਆ ਉਹ ਕੀ ਆ ਐਵਰੇਜ ਫਿਕਸਡ ਕੋਸਟ ਆ। ਅਗੇਨ ਉੱਪਰ ਇਸਨੂੰ ਇਸ ਜਗ੍ਹਾ 'ਤੇ ਟੱਚ ਕੀਤਾ ਦੈਟ ਮੀਨਸ ਇਹ ਕੀ ਆ ਸ਼ਾਰਟ ਰਨ ਐਵਰੇਜ ਕੋਸਟ, ਇਹ ਕੀ ਆ ਲੋਸ, ਕਿਉਂਕਿ ਰੈਵਨਿਊ ਜਿਹੜੀ ਮਿਲ ਰਹੀ ਹੈ ਸਿਰਫ ਐਵਰੇਜ ਵੇਰੀਏਬਲ ਕੋਸਟ ਦੇ ਇਕੁਅਲ ਮਿਲ ਰਹੀ ਹੈ। ਜਿਹੜੀ ਇਹ ਕੀ ਆ ਐਵਰੇਜ ਕੋਸਟ ਦਾ, ਕਿਉਂਕਿ ਜਿਹੜੀ ਐਵਰੇਜ ਕੋਸਟ ਹੁੰਦੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ, ਜਿਵੇਂ ਅਸੀਂ ਆਪਣੇ ਕੋਸਟ ਵਾਲੇ ਚੈਪਟਰ ਵਿੱਚ ਪੜ੍ਹਿਆ ਸੀ ਐਵਰੇਜ ਕੋਸਟ ਇਜ਼ ਇਕੁਅਲ ਟੂ ਐਵਰੇਜ ਵੇਰੀਏਬਲ ਕੋਸਟ ਪਲੱਸ ਐਵਰੇਜ ਫਿਕਸਡ ਕੋਸਟ। ਐਵਰੇਜ ਕੋਸਟ ਵਿੱਚ ਅਗਰ ਐਵਰੇਜ ਵੇਰੀਏਬਲ ਕੋਸਟ ਮਿਲ ਰਹੀ ਆ ਪ੍ਰਾਈਸ ਸਿਰਫ ਐਵਰੇਜ ਵੇਰੀਏਬਲ ਕੋਸਟ ਦੀ ਇਕੁਅਲ ਮਿਲ ਰਹੀ ਆ ਅਤੇ ਲੋਸ ਕਿਹੜਾ ਹੋ ਰਿਹਾ ਸਿਰਫ ਫਿਕਸਡ ਕੋਸਟ ਦਾ। ਇਸ ਲਈ P1 ਔਰ AB ਇਹ ਜਿਹੜਾ ਏਰੀਆ ਇਹ ਕੀ ਸ਼ੋ ਕਰ ਰਿਹਾ ਮਿਨੀਮਮ ਲੋਸ ਨੂੰ। ਅਗਰ ਇੱਕ ਮੋਨੋਪਲਿਸਟਿਕ ਨੂੰ ਜਿਹੜੀ ਆਪਣੀ ਗੁੱਡਸ ਦੀ ਜਿਹੜੀ ਪ੍ਰਾਈਸ ਅਗਰ OP ਤੋਂ ਵੀ ਘੱਟ ਦੈਟ ਮੀਨਸ ਕਿ ਐਵਰੇਜ ਵੇਰੀਏਬਲ ਕੋਸਟ ਦੇ ਵੀ ਇਕੁਅਲ ਨਹੀਂ ਮਿਲੇਗੀ, ਉਸ ਤੋਂ ਵੀ ਘੱਟ ਮਿਲੇਗੀ, ਦੈਨ ਇੱਕ ਫਰਮ ਕੀ ਕਰੇਗੀ ਆਪਣੇ ਪ੍ਰੋਡਕਸ਼ਨ ਨੂੰ ਬੰਦ ਕਰ ਦੇਗੀ। ਠੀਕ ਹੈ। ਨੈਕਸਟ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਲੌਂਗ ਰਨ ਔਰ ਲੌਂਗ ਰਨ ਇਕੁਲਿਬਰੀਅਮ।
ਪ੍ਰਾਈਸ ਡਿਟਰਮੀਨੇਸ਼ਨ ਅੰਡਰ ਲੌਂਗ ਰਨ ਔਰ ਲੌਂਗ ਰਨ ਇਕੁਲਿਬਰੀਅਮ। ਲੌਂਗ ਰਨ ਦੇ ਵਿੱਚ ਇੱਕ ਜਿਹੜਾ ਮੋਨੋਪਲਿਸਟਿਕ ਆ ਉਸ ਟਾਈਮ ਇਕੁਲਿਬਰੀਅਮ ਵਿੱਚ ਹੁੰਦਾ ਜਦੋਂ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਦੀ ਇਕੁਅਲ ਹੁੰਦੀ ਆ। ਐਂਡ ਲੌਂਗ ਰਨ ਦੇ ਵਿੱਚ ਇੱਕ ਮੋਨੋਪਲਿਸਟਿਕ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਆ ਕਿ ਉਹ ਆਪਣੀ ਡਿਮਾਂਡ ਦੇ ਅਕੋਰਡਿੰਗ ਆਪਣੀ ਸਪਲਾਈ ਨੂੰ ਇਨਕਰੀਜ਼ ਕਰ ਸਕਦਾ ਆ। In the short run, equilibrium price can be more than equal or less than the average cost। ਕਿ ਸ਼ਾਰਟ ਰਨ ਦੇ ਵਿੱਚ ਜਿਹੜੀ ਇਕੁਲਿਬਰੀਅਮ ਪ੍ਰਾਈਸ ਐਵਰੇਜ ਰੈਵਨਿਊ ਉਹ ਐਵਰੇਜ ਕੋਸਟ ਦੇ ਇਕੁਅਲ ਵੀ ਹੋ ਸਕਦੀ, ਮੋਰ ਦੈਨ ਵੀ ਹੋ ਸਕਦੀ ਹੈ, ਲੈਸ ਦੈਨ ਵੀ ਹੋ ਸਕਦੀ ਆ। ਬਟ ਇਨ ਦੀ ਲੌਂਗ ਰਨ ਜਿਹੜੀ ਐਵਰੇਜ ਰੈਵਨਿਊ ਉਹ ਮੋਰ ਦੈਨ ਹੁੰਦੀ ਆ ਲੌਂਗ ਰਨ ਐਵਰੇਜ ਕੋਸਟ 'ਤੇ। ਅਗਰ ਪ੍ਰਾਈਸ ਘੱਟ ਹੋਏਗੀ ਐਵਰੇਜ ਕੋਸਟ ਦੀ ਦੈਨ ਜਿਹੜਾ ਮੋਨੋਪਲਿਸਟਿਕ ਹੋਏਗਾ ਉਹ ਕੀ ਕਰ ਦੇਗਾ, ਕਲੋਜ਼ ਡਾਊਨ ਕਰ ਦੇਗਾ ਆਪਣੇ ਪ੍ਰੋਡਕਸ਼ਨ ਦਾ ਕਿ ਲੋਸ ਨੂੰ ਸਫਰ ਕਰਨ ਦੀ ਜਗ੍ਹਾ 'ਤੇ। ਇਸ ਕਰਕੇ ਇਨ ਦੀ ਲੌਂਗ ਰਨ ਇੱਕ ਜਿਹੜਾ ਮੋਨੋਪਲਿਸਟਿਕ ਆ ਉਹ ਸੁਪਰ ਨੋਰਮਲ ਪ੍ਰੋਫਿਟ ਨੂੰ ਅਰਨ ਕਰਦਾ ਆ। ਬਟ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇਨ ਕੇਸ ਆਫ ਪਰਫੈਕਟ ਕੰਪੀਟੀਸ਼ਨ ਲੌਂਗ ਰਨ ਦੇ ਵਿੱਚ ਜਿਹੜੀਆਂ ਫਰਮ ਸੀ ਸਿਰਫ ਨੋਰਮਲ ਪ੍ਰੋਫਿਟਸ ਅਰਨ ਕਰਦੀਆਂ। ਬਟ ਇਨ ਕੇਸ ਆਫ ਮੋਨੋਪੋਲੀ ਲੌਂਗ ਰਨ ਦੇ ਵਿੱਚ ਜਿਹੜਾ ਇੱਕ ਮੋਨੋਪਲਿਸਟਿਕ ਆ ਉਹ ਸੁਪਰ ਨੋਰਮਲ ਪ੍ਰੋਫਿਟ ਨੂੰ ਅਰਨ ਕਰਦਾ ਹੈ। ਸੁਪਰ ਨੋਰਮਲ ਪ੍ਰੋਫਿਟ ਮੀਨਸ ਜਦੋਂ ਐਵਰੇਜ ਰੈਵਨਿਊ ਐਵਰੇਜ ਕੋਸਟ ਤੋਂ ਜ਼ਿਆਦਾ ਹੁੰਦੀ ਆ। ਮਾਰਜਨਲ ਰੈਵਨਿਊ ਮਾਰਜਨਲ ਕੋਸਟ ਨੇ ਕੱਟ ਕੀਤਾ ਇਸ ਜਗ੍ਹਾ 'ਤੇ, ਠੀਕ ਹੈ। ਫਿਕਸਡ ਹੋ ਗਿਆ OM ਆਊਟਪੁੱਟ, ਇੱਕ ਹੀ ਫਿਕਸ ਹੋ ਗਈ ਪ੍ਰਾਈਸ। ਐਵਰੇਜ ਕੋਸਟ ਸ਼ੋ ਕੀ ਕਰਨਾ ਕਿ ਰੈਵਨਿਊ ਜ਼ਿਆਦਾ ਆ, ਇਸ ਲਈ ਆਟੋਮੈਟਿਕਲੀ ਕੋਸਟ ਕਰਵ ਨੀਚੇ ਦੀ ਜਾਏਗੀ, ਠੀਕ ਹੈ। OM ਆਊਟਪੁੱਟ ਇਸ ਜਗ੍ਹਾ 'ਤੇ ਕੋਸਟ ਕਰਵ ਨੂੰ ਟੱਚ ਕਰ ਰਿਹਾ, ਦੈਟ ਮੀਨਸ ਇੱਕ ਹੀ ਫਿਕਸ ਹੋ ਗਿਆ ਕੋਸਟ। OP ਗ੍ਰੇਟਰ ਦੈਨ ON, ਦੈਟ ਮੀਨਸ ਕਿ ਐਵਰੇਜ ਰੈਵਨਿਊ ਇਜ਼ ਗ੍ਰੇਟਰ ਦੈਨ ਐਵਰੇਜ ਕੋਸਟ, ਕਿ ਇੱਕ ਫਰਮ ਨੂੰ ਲੌਂਗ ਰਨ ਦੇ ਵਿੱਚ ਸੁਪਰ ਨੋਰਮਲ ਪ੍ਰੋਫਿਟ ਹੋ ਰਿਹਾ। ਇਸ ਤਰ੍ਹਾਂ ਸ਼ਾਰਟ ਰਨ ਦੇ ਵਿੱਚ ਇੱਕ ਫਰਮ ਨੂੰ ਸੁਪਰ ਨੋਰਮਲ ਪ੍ਰੋਫਿਟ ਅਤੇ ਮਿਨੀਮਮ ਲੋਸ ਵੀ ਹੁੰਦਾ ਆ। ਐਂਡ ਲੌਂਗ ਰਨ ਦੇ ਵਿੱਚ ਇੱਕ ਮੋਨੋਪਲਿਸਟਿਕ ਨੂੰ ਸੁਪਰ ਨੋਰਮਲ ਪ੍ਰੋਫਿਟ ਹੁੰਦੇ ਆ। ਜਿਸ ਜਗ੍ਹਾ 'ਤੇ ਮਾਰਜਨਲ ਕੋਸਟ ਮਾਰਜਨਲ ਰੈਵਨਿਊ ਨੂੰ ਕੱਟ ਕਰਦੀ ਉਸ ਜਗ੍ਹਾ 'ਤੇ ਆਊਟਪੁੱਟ ਫਿਕਸ ਹੁੰਦਾ। ਉਸ ਆਊਟਪੁੱਟ ਦੀ ਰੈਵਨਿਊ ਕਿੰਨੀ ਮਿਲ ਰਹੀ ਆ ਉਹ ਐਵਰੇਜ ਰੈਵਨਿਊ ਕਰਵ ਦੇ ਅਕੋਰਡਿੰਗ। ਇਸ ਜਗ੍ਹਾ 'ਤੇ ਵੀ ਅਗਰ ਤੁਸੀਂ ਸ਼ੋ ਕਰਨਾ ਕਿ ਸੁਪਰ ਨੋਰਮਲ ਪ੍ਰੋਫਿਟ ਦੈਨ ਐਵਰੇਜ ਕੋਸਟ ਕਰਵ ਨੂੰ ਇੱਥੋਂ ਦੀ ਨੀਚੇ ਦੀ ਲੈ ਕੇ ਜਾਓਗੇ, ਇੱਕ ਹੀ ਫਿਕਸਡ ਹੋ ਗਈ ਕੋਸਟ ਆ ਰਹੀ ਹੈ ਨੀਚੇ, ਠੀਕ ਹੈ। ਅਗਰ ਇਨ ਕੇਸ ਤੁਸੀਂ ਸ਼ੋ ਕਰਨਾ ਚਾਹੁੰਦੇ ਨੋਰਮਲ ਪ੍ਰੋਫਿਟ ਦੈਨ ਜਿਹੜੀ ਕੋਸਟ ਕਰਵ ਆ ਉਹ ਇੱਥੋਂ ਦੀ ਟੱਚ ਕਰਕੇ ਨਿਕਲੇਗੀ, ਠੀਕ ਹੈ। ਇਹ ਕੀ ਆ ਨੋਰਮਲ ਪ੍ਰੋਫਿਟ ਕਿ ਜਿੰਨੀ ਕੋਸਟ ਲੱਗ ਰਹੀ ਉਨੀ ਹੀ ਰੈਵਨਿਊ ਮਿਲ ਰਹੀ ਆ। ਅਗਰ ਇਨ ਕੇਸ ਤੁਸੀਂ ਸ਼ੋ ਕਰਨਾ ਚਾਹੁੰਦੇ ਆ ਲੋਸ ਦੈਨ ਜਿਹੜੀ ਕੋਸਟ ਕਰਵ ਆ ਉਹ ਉੱਪਰ ਦੀ ਜਾਏਗੀ, ਦੈਟ ਮੀਨਸ ਰੈਵਨਿਊ ਇੰਨਾ ਮਿਲ ਰਿਹਾ ਕੋਸਟ ਜ਼ਿਆਦਾ ਲੱਗ ਰਹੀ ਆ, ਉਹ ਕੀ ਆ ਮਿਨੀਮਮ ਲੋਸ।